मैं जानना ਚਾਹਾਂਗਾ ਕਿ ਜਦ ਤੁਸੀਂ ਪੇਂਟ ਕਰਨ ਜਾਂਦੇ ਹੋ ਹੋਰਾਂ ਜਗ੍ਹਾ ਤੇ ਵੀ ਤਾਂ ਜਾਂ ਤੁਹਾਨੂੰ ਜਦ ਆਰਡਰਸ ਆਉਂਦੇ ਨੇ ਤਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਹੈਰਾਨ ਰਹੇ ਤਾਂ ਲੋਕ ਵੀ ਹੈਰਾਨ ਹੋ ਜਾਂਦੇ ਆ ਕਿ ਮੇਰਾ ਕਿਰਤ ਕੰਮ ਜਿਹੜਾ ਵੀ ਕਮਾਈ ਆਪਣਾ ਕਿਰਤ ਕਰਦਾ ਵਾਂ, ਮੇਰੀ ਪੇਂਟਿੰਗ ਦੀ ਕਿਰਤ ਆ। ਮੈਂ ਜਦੋਂ ਵੀ ਕਿਤੇ ਜਾਂਦਾ ਵਾਂ ਲੋਕੀ ਇੱਕ ਵਾਰੀ ਤਾਂ ਦੇਖ ਕੇ ਸ਼ੌਕ ਜਿਹਾ ਫੀਲ ਕਰਦੇ ਹੀ ਆ ਕਿ ਇੱਕ ਬੰਦਾ ਬਾਣੇ ਦੇ ਵਿੱਚ ਆਇਆ ਵਾ, ਖਰੇ ਇੱਥੇ ਅਰਦਾਸ ਕਰਨ ਵਾਸਤੇ ਆਇਆ ਜਾਂ ਪਾਠ ਕਰਨ ਵਾਸਤੇ ਬੁਲਾਇਆ ਕਿਸੇ ਨੇ, ਸਾਡੇ ਕਿਸੇ ਘਰ ਦੇ ਮੈਂਬਰ ਨੇ। ਔਰ ਜਦੋਂ ਫਿਰ ਉਹਨੂੰ ਮੈਂ ਦੱਸਦਾ ਵਾਂ ਕਿ ਨਹੀਂ ਮੈਂ ਤੁਸੀਂ ਮੈਨੂੰ ਫੋਨ ਕੀਤਾ ਸੀ ਪੇਂਟਿੰਗ ਵਾਸਤੇ ਕਿ ਤੁਸੀਂ ਇੱਥੇ ਗ੍ਰਾਫਟੀ ਕਰਾਉਣੀ ਆ, ਉਹ ਫਿਰ ਮੈਨੂੰ ਦੱਸਦਾ ਕਿ ਅੱਛਾ ਤੁਸੀਂ ਬਾਬਾ ਜੀ ਤੁਸੀਂ ਪੇਂਟਿੰਗ ਵਾਸਤੇ। ਇੱਕ ਵੱਖਰਾ ਜਿਹਾ ਉਹਨਾਂ ਦੇ ਵਾਸਤੇ ਹੋ ਜਾਂਦਾ ਵਾ ਵਤੀਰਾ ਵੀ ਯਾਰ ਇੱਕ ਬੰਦਾ ਵੈਸੇ ਤਾਂ ਹੀ ਨੋਰਮਲ ਵੇਖਦੇ ਪੇਂਟਰ ਕਿ ਆਮ ਕੱਪੜਿਆਂ ਦੇ ਵਿੱਚ ਹੁੰਦੇ ਨੇ, ਇੱਕ ਬਾਣੇ ਦੇ ਵਿੱਚ ਆਇਆ ਪੇਂਟਰ, ਉਹ ਫੀਲ ਜਿਹਾ ਕਰਦੇ ਨੇ ਕਿ ਉਹ ਆਪ ਨੂੰ ਵੀ ਵਧੀਆ ਲੱਗਦਾ ਵਾ ਕਿ ਅਸੀਂ ਵੱਖਰੇ ਹਾਂ ਜੀ ਇਸ ਚੀਜ਼ ਤੋਂ। ਕਿ ਜਿਹੜੇ ਕੁਝ ਸਮੇਂ ਦੇ ਵਿੱਚ ਜਿਹੜੇ ਕੁਝ ਅਖੌਤੀ ਜਿਹੜੇ ਇਨਸਾਨ ਨਹੀਂ ਉਹ ਕਹਿ ਸਕਦੇ ਕਿ ਮੂਰਖ ਇਨਸਾਨ ਜਿਹੜੇ ਹੋ ਗਏ ਨੇ, ਜਿਹੜੇ ਬਾਣੇ ਨੂੰ ਬਦਨਾਮ ਕਰਦੇ ਨੇ, ਸਿੱਖੀ ਨੂੰ ਬਦਨਾਮ ਕਰਦੇ ਨੇ, ਇਹ ਉਹਨਾਂ ਵਾਸਤੇ ਇੱਕ ਜਵਾਬ ਆ, ਉਹਨਾਂ ਦੇ ਮੂੰਹ ਦੇ ਚਪੇੜ ਆ ਕਿ ਭਾਈ ਬਾਣਾ ਜਿਹੜਾ ਪਾ ਕੇ ਕੋਈ ਸਿੰਘ ਨਿਹੰਗ ਸਿੰਘ ਜਾਂਦਾ ਵਾ ਉਹ ਵਿਹਲਾ ਨਹੀਂ ਹੁੰਦਾ, ਉਹ ਕਿਰਤ ਵੀ ਕਰਦਾ ਵਾ। ਕਿਰਪਾ ਤੁਸੀਂ ਖੁਦ ਕੰਮ ਕਰਦੇ ਹੋ ਕਿ ਤੁਹਾਡੇ ਕੰਮ ਦੇ ਵਿੱਚ ਜਿਹੜਾ ਤੁਹਾਡੀ ਕੋਈ ਸਹਿਯੋਗ ਵੀ ਦਿੰਦਾ, ਕੋਈ ਮਦਦ ਕਰਦਾ? ਨਹੀਂ, ਮਦਦ ਤਾਂ ਅਕਾਲ ਪੁਰਖ ਤੇ ਕਰਦੇ ਹੀ ਪਏ ਨੇ। ਮੇਰੇ ਭਰਾਵਾਂ ਦਾ ਜਿਸ ਤਰ੍ਹਾਂ ਸਾਡੇ ਸਿੰਘਾਂ ਦਾ ਬੜਾ ਸਹਿਯੋਗ ਆ, ਫੈਮਿਲੀ ਦੀ ਕਾਫੀ ਸਪੋਰਟ ਆ। ਬਾਕੀ ਜੇ ਕਹੀਏ ਕਿ ਇਸ ਤਰ੍ਹਾਂ ਕਿਸੇ ਨੇ ਕੋਈ ਕਿਸੇ ਨੂੰ ਹਾਇਰ ਕੀਤਾ ਹੁੰਦਾ ਵਾ, ਉਹ ਨਹੀਂ, ਉਹ 10-1.25 ਲੱਖ ਹੀ ਆ ਜੀ। ਅੱਜ ਤੱਕ ਤੁਸੀਂ ਕਿਹੜੀਆਂ ਪੇਂਟਿੰਗਸ ਬਣਾ ਚੁੱਕੇ ਹੋ ਔਰ ਤੁਹਾਡੀ ਲਾਈਫ ਦੀ ਬੈਸਟ ਪੇਂਟਿੰਗ ਤੁਸੀਂ ਕਿਹਨੂੰ ਗਿਣਦੇ ਹੋ? ਤਕਰੀਬਨ ਪੇਂਟਿੰਗਾਂ ਤਾਂ ਮੈਂ ਸਾਰੀਆਂ ਹੀ ਬਣਾ ਚੁੱਕਾ ਹਾਂ ਜੀ, ਜਿਵੇਂ ਲੈਂਡਸਕੇਪ, ਸੀਨਰੀਆਂ ਵਗੈਰਾ, ਕਿਸੇ ਤਰ੍ਹਾਂ ਦੀ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਪੇਂਟਿੰਗ ਲੈ ਲਓ। ਕਿਸੇ ਦਾ ਕੋਈ ਫੇਸ ਆ, ਜਿਵੇਂ ਹੁਣ ਸੰਤਾਂ ਦੀ ਫੋਟੋ ਬਣੀ ਪਈ ਹੈ, ਤਸਵੀਰ ਬਣਾਈ ਹੈ, ਇਹ ਵੀ ਲੈ ਲਓ। ਔਰ ਸਭ ਨੂੰ ਮੇਰੀ ਜਿਹੜੀ ਮੇਰੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਉਹ ਮੇਰੀ ਪੇਂਟਿੰਗ ਹੈਗੀ ਜੀ, ਮੇਰੀ ਬਲੱਡ ਪੇਂਟਿੰਗ ਸੰਤਾਂ ਦੀ, ਕਿਉਂਕਿ ਮੈਂ ਨਾ ਸੰਤਾਂ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ। ਔਰ ਮੇਰੇ ਮਨ ਦਾ ਚਾਅ ਸੀ ਕਿ ਮੈਂ ਜਿਨ੍ਹਾਂ ਤੋਂ ਮੋਟੀਵੇਟ ਹੋਇਆ ਵਾਂ, ਜਿਨ੍ਹਾਂ ਦਾ ਇੱਕ ਕਾਰਨ ਬਣਿਆ ਕਿ ਮੈਂ ਇਸ ਲਾਈਨ 'ਚ ਆਇਆ ਵਾਂ, ਮੈਂ ਉਹਨਾਂ ਦੀ ਤਸਵੀਰ ਆਪਣੇ ਖੂਨ ਦੇ ਨਾਲ ਲਿਖਾਂ। ਤਾਂ ਕਿੰਨਾ ਸਮਾਂ ਲੱਗ ਗਿਆ ਔਰ ਤੁਹਾਨੂੰ ਉਸ ਚੀਜ਼ ਦੇ ਵਿੱਚ ਮਤਲਬ ਤੁਸੀਂ ਡਾਕਟਰ ਕੋਲ ਜਾਂ ਕਿ ਪਰਮਿਸ਼ਨ ਲਈ ਸੀ ਜਾਂ ਮਤਲਬ ਪੁੱਛਿਆ ਸੀ ਕਿ ਮੇਰਾ ਕੋਈ ਜਿਸ ਤਰ੍ਹਾਂ ਜ਼ਿਆਦਾ ਬਲੱਡ ਨਿਕਲਣ ਨਾਲ ਕਰਕੇ ਬਲੱਡ ਨਾ ਘਟ ਜੇ, ਜਾਂ ਕਿੰਨਾ ਸਮਾਂ ਲੱਗਾ ਇਹ ਵੀ ਜਾਣਨਾ ਚਾਹਾਂਗੇ? ਨਹੀਂ ਜੀ, ਮੈਂ ਕਿਸੇ ਡਾਕਟਰ ਕੋਲੋਂ ਨਹੀਂ ਪੁੱਛਿਆ ਸੀ। ਤੇ ਜਦੋਂ ਆਪਾਂ ਸਮਰਪਿਤ ਹੋ ਗਏ ਆਪਣੇ ਸਿੱਖ ਧਰਮ ਨੂੰ, ਆਪਣੀ ਕੌਮ ਨੂੰ, ਆਪਣੇ ਗੁਰੂਆਂ ਨੂੰ, ਆਪਣੇ ਸ਼ਹੀਦਾਂ ਸਿੰਘਾਂ ਨੂੰ, ਫਿਰ ਪਰਮਿਸ਼ਨ ਕਾਹਦੀ ਲੈਣੀ? ਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ 5 ਸਿਰ ਮੰਗੇ ਸੀ, ਉੱਥੇ ਨਾ ਨਹੀਂ ਨਾ ਕੀਤੀ ਸੀ ਉਹਨਾਂ 5 ਨੇ, ਪਰ ਕਰਨ ਅੰਮ੍ਰਿਤ ਸਾਰਿਆਂ ਨੂੰ ਵੀ ਸਿਖਾ ਸਕਦੇ ਸੀ। ਉੱਥੇ 60,000 ਦੀ ਭੀੜ ਲੱਗੀ ਸੀ, ਉਹਨਾਂ ਨੂੰ ਵੀ ਸਿਖਾ ਸਕਦੇ ਸੀ, ਪਰ ਨਹੀਂ, ਸਿਰਫ 5 ਸਿਰ ਮੰਗੇ ਸੀ। ਉਹਨਾਂ ਨੂੰ ਪਤਾ ਸੀ ਕਿ ਇਹ 5 ਸਿਰ ਦੀ ਕੀਮਤ ਕੀ ਹੈ। ਸਾਡੇ ਵਾਸਤੇ ਤਾਂ ਕੁਝ ਵੀ ਨਹੀਂ, ਇੱਕ ਛੋਟਾ ਜਿਹਾ ਇੱਕ ਪਿੰਨ ਹੀ ਲੱਗੀ ਹੈ। ਜੇ ਲੋੜ ਪਏਗੀ ਤਾਂ ਸਿਰ ਵੀ ਦੇਣ ਨੂੰ ਤਿਆਰ ਆ, ਲੈਣ ਨੂੰ ਵੀ ਤਿਆਰ ਆ ਜੀ, ਇਕੱਲੇ ਦੇਣ ਵਾਸਤੇ ਨਹੀਂ। ਸਿੱਖ ਸ਼ਹਾਦਤਾਂ ਦਿੰਦੀ ਤੇ ਆਈ ਆ, ਪਰ ਇਹ ਨਾ ਕਿਤੇ ਕੋਈ ਸੋਚੇ ਕਿ ਇਕੱਲਾ ਸਿਰ ਦੇਣ ਵਾਸਤੇ ਬੈਠੇ ਆ, ਲੋੜ ਪਏਗੀ ਤਾਂ ਸਿਰ ਲਾ ਵੀ ਲਵਾਂਗੇ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ। ਅੱਜ ਤੁਹਾਡੀ ਅਸੀਂ ਅੱਜ ਉਸ ਪੇਂਟਰ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਹੈਰਾਨ ਜ਼ਰੂਰ ਹੋਵੋਗੇ, ਕਿਉਂਕਿ ਉਹ ਇੱਕ ਗੁਰਸਿੱਖ ਨੇ। ਸੋ ਜਦ ਅਸੀਂ ਵੀ ਇਹਨਾਂ ਕੋਲ ਆਏ ਤਾਂ ਅਸੀਂ ਆਣ ਕੇ ਦੇਖਿਆ ਕਿ ਇਹੀ ਪੇਂਟ ਕਰਦੇ ਨੇ। ਜਦ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਇਹਨਾਂ ਨੇ ਆਪਣੇ ਜੋ ਕੀਤੇ ਹੋਏ ਪੇਂਟ ਸੀ ਸਾਨੂੰ ਉਹ ਦਿਖਾਏ, ਔਰ ਅਸੀਂ ਵੀ ਹੈਰਾਨ ਸੀ ਕਿ ਜੋ ਇਹਨਾਂ ਦਾ ਰੂਪ ਹੈ ਲੱਗਦਾ ਨਹੀਂ ਹੈ ਕਿ ਇਹ ਪੇਂਟਰ ਹੈ। ਸੋ ਲੰਬੀ ਗੱਲਬਾਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜਦ ਸਾਨੂੰ ਪਤਾ ਲੱਗਾ ਕਿ ਇੱਕ ਪੇਂਟਰ ਨੇ ਔਰ ਜਦ ਤੁਹਾਡਾ ਅਸੀਂ ਇੱਥੇ ਆਣ ਕੇ ਰੂਪ ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਏ। ਔਰ ਮੈਂ ਜਾਣਨਾ ਚਾਹਾਂਗਾ ਕਿ ਜਦ ਤੁਸੀਂ ਪੇਂਟ ਕਰਨ ਜਾਂਦੇ ਹੋ ਹੋਰਾਂ ਜਗ੍ਹਾ 'ਤੇ ਵੀ ਤਾਂ ਜਾਂ ਤੁਹਾਨੂੰ ਜਦ ਆਰਡਰਸ ਆਉਂਦੇ ਨੇ ਤਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਹੈਰਾਨ ਰਹੇ ਤਾਂ ਲੋਕ ਵੀ ਹੈਰਾਨ ਹੋ ਜਾਂਦੇ ਆ? ਹਾਂਜੀ, ਸਭ ਤੋਂ ਪਹਿਲਾਂ ਮੈਂ ਆਪਣਾ ਨਾਮ ਦੱਸ ਦਿੰਦਾ ਜੀ। ਦਾਸ ਦਾ ਨਾਮ ਰਾਜਵੀਰ ਸਿੰਘ ਖਾਲਸਾ ਹੈ ਔਰ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਾਂ ਜੀ। ਔਰ ਮੈਂ ਜਿਸ ਤਰ੍ਹਾਂ ਕਿ ਮੇਰਾ ਕਿਰਤ ਕੰਮ ਜਿਹੜਾ ਵੀ ਕਮਾਈ ਆਪਣਾ ਕਿਰਤ ਕਰਦਾ ਵਾਂ, ਮੇਰੀ ਪੇਂਟਿੰਗ ਦੀ ਕਿਰਤ ਆ,
ਮੈਂ ਜਦੋਂ ਵੀ ਕਿਤੇ ਜਾਂਦਾ ਵਾ ਲੋਕੀ ਇੱਕ ਵਾਰੀ ਤਾਂ ਦੇਖ ਕੇ ਸ਼ੌਕ ਜਿਹਾ ਫੀਲ ਕਰਦੇ ਹੀ ਆ ਕਿ ਇੱਕ ਬੰਦਾ ਬਾਣੇ ਦੇ ਵਿੱਚ ਆਇਆ ਵਾ, ਖਰੇ ਇੱਥੇ ਅਰਦਾਸ ਕਰਨ ਵਾਸਤੇ ਆਇਆ ਜਾਂ ਪਾਠ ਕਰਨ ਵਾਸਤੇ ਬੁਲਾਇਆ ਕਿਸੇ ਨੇ, ਸਾਡੇ ਕਿਸੇ ਘਰ ਦੇ ਮੈਂਬਰ ਨੇ। ਔਰ ਜਦੋਂ ਫਿਰ ਉਹਨੂੰ ਮੈਂ ਦੱਸਦਾ ਵਾਂ ਕਿ ਨਹੀਂ, ਮੈਂ ਤੁਸੀਂ ਮੈਨੂੰ ਫੋਨ ਕੀਤਾ ਸੀ ਪੇਂਟਿੰਗ ਵਾਸਤੇ ਕਿ ਤੁਸੀਂ ਇੱਥੇ ਗ੍ਰਾਫਟਿਕ ਕਰਾਉਣੀ ਆ, ਉਹ ਫਿਰ ਮੈਨੂੰ ਦੱਸਦਾ ਕਿ ਅੱਛਾ ਤੁਸੀਂ ਬਾਬਾ ਜੀ, ਤੁਸੀਂ ਪੇਂਟਿੰਗ ਵਾਸਤੇ। ਇੱਕ ਵੱਖਰਾ ਜਿਹਾ ਉਹਨਾਂ ਦੇ ਵਾਸਤੇ ਹੋ ਜਾਂਦਾ ਵਾ ਵਤੀਰਾ ਵੀ ਯਾਰ ਇੱਕ ਬੰਦਾ, ਵੈਸੇ ਤਾਂ ਹੀ ਨੋਰਮਲ ਵੇਖਦੇ ਪੇਂਟਰ ਕਿ ਆਮ ਕੱਪੜਿਆਂ ਦੇ ਵਿੱਚ ਹੁੰਦੇ ਨੇ, ਇੱਕ ਬਾਣੇ ਦੇ ਵਿੱਚ ਆਇਆ ਪੇਂਟਰ, ਉਹ ਫੀਲ ਜਿਹਾ ਕਰਦੇ ਨੇ। ਇੱਕ ਉਹ ਆਪ ਨੂੰ ਵੀ ਵਧੀਆ ਲੱਗਦਾ ਵਾ ਕਿ ਅਸੀਂ ਵੱਖਰੇ ਹਾਂ ਜੀ ਇਸ ਚੀਜ਼ ਤੋਂ, ਕਿ ਅਸੀਂ ਬਾਣੇ ਦੇ ਵਿੱਚ ਇੱਕ ਵੱਖਰਾ ਸਾਡਾ ਰੂਪ ਨਜ਼ਰ ਆ ਰਿਹਾ ਵਾ ਲੋਕਾਂ ਨੂੰ। ਹਾਂਜੀ, ਤਾਂ ਫਿਰ ਲੋਕ ਰਿਸਪੈਕਟ ਦੇ, ਦੇਖੋ ਘਰ ਆਏ ਨੂੰ ਹਰ ਕੋਈ ਦਿੰਦਾ ਹੈ, ਪਰ ਇਸ ਰੂਪ ਦੇ ਵਿੱਚ ਰਿਸਪੈਕਟ ਜ਼ਿਆਦਾ ਮਿਲਦੀ ਹੈ ਜੀ। ਹਾਂਜੀ ਬਿਲਕੁਲ ਜੀ। ਹੁਣ ਆਮ ਦੇ ਜਾਂਦੇ ਹੀ ਆ, ਜਿਸ ਤਰ੍ਹਾਂ ਪੇਂਟਰ ਜਾਂਦੇ ਨੇ ਕਈ ਜਿਹੜੇ ਸਾਡੇ ਵੀਰ ਸੱਜਣ ਨੇ ਪੇਂਟਰ, ਹੁਣ ਜਾਣਗੇ ਮੋਸਟਲੀ ਲੋਕੀ ਰਿਸਪੈਕਟ ਦੇ ਤੌਰ ਤੇ ਵੀਰ ਜੀ ਆਓ ਜੀ ਕਹਿੰਦੇ ਹੀ ਨੇ। ਪਰ ਜਦੋਂ ਮੈਂ ਜਾਂਦਾ ਵਾ ਸਾਨੂੰ ਥੋੜ੍ਹਾ ਜਿਹਾ ਆਪਣਾ ਵੀ ਹੁੰਦਾ ਵਾ, ਬਾਣੇ ਦੇ ਨਾਲ ਅਸੀਂ ਆਏ ਆ, ਸਾਨੂੰ ਇੱਕ ਸਤਿਕਾਰ ਵਜੋਂ ਕਹਿੰਦੇ ਨੇ ਬਾਬਾ ਜੀ ਆਜੋ ਜੀ, ਤੁਸੀਂ ਪੇਂਟਰ ਜੇ, ਸਾਨੂੰ ਬਹੁਤ ਵਧੀਆ ਲੱਗਾ ਵਾ। ਇਸ ਤਰ੍ਹਾਂ ਦੀਆਂ ਸਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਵੀ ਬਾਣਾ ਪਾ ਕੇ ਕੰਮ ਕਰਦੇ ਜੇ। ਸਾਡੇ ਕੋਲ ਕਾਫੀ ਗੱਲਾਂ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਜੋ ਵੀ ਸਾਨੂੰ ਤੋਂ ਪੁੱਛਦੇ ਨੇ ਵੀ ਕਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਜੁੜੇ ਜੇ, ਕਿਉਂ ਤੁਸੀਂ ਬਾਣਾ ਪਾ ਕੇ ਕੰਮ ਕਰਦੇ, ਪਰ ਉਹਨਾਂ ਨੂੰ ਦੱਸੀਦਾ ਵਾ ਬਹੁਤ ਵਧੀਆ। ਉਹ ਵੀ ਸਾਨੂੰ ਇੱਕ ਚੰਗੀ ਜੀ ਰਿਸਪੈਕਟ ਦਿੰਦੇ ਨੇ, ਸਾਨੂੰ ਆਪ ਨੂੰ ਬੜਾ ਵਧੀਆ ਫੀਲ ਹੁੰਦਾ ਵਾ ਕਿ ਇਹ ਇੱਕ ਵੱਖਰੀ ਲੁੱਕ ਲੈ ਕੇ ਜਾ ਰਹੇ ਹਾਂ। ਉਹ ਤੋਂ ਸਭ ਨੂੰ ਵੱਡੀ ਗੱਲ ਆ ਕਿ ਅਸੀਂ ਇਹਦੇ ਨਾਲ ਆਪਣੇ ਕੰਮ ਦੇ ਨਾਲ ਨਾਲ ਇੱਕ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਕਿ ਜਿਹੜੇ ਕੁਝ ਸਮੇਂ ਦੇ ਵਿੱਚ ਜਿਹੜੇ ਕੁਝ ਅਖੌਤੀ ਜਿਹੜੇ ਇਨਸਾਨ ਆ, ਇਨਸਾਨ ਨਹੀਂ ਉਹ ਕਹਿ ਸਕਦੇ, ਕੋਈ ਮੂਰਖ ਇਨਸਾਨ ਜਿਹੜੇ ਹੋ ਗਏ ਨੇ, ਜਿਹੜੇ ਬਾਣੇ ਨੂੰ ਬਦਨਾਮ ਕਰਦੇ ਨੇ, ਸਿੱਖੀ ਨੂੰ ਬਦਨਾਮ ਕਰਦੇ ਨੇ, ਇਹ ਉਹਨਾਂ ਵਾਸਤੇ ਇੱਕ ਜਵਾਬ ਆ, ਉਹਨਾਂ ਦੇ ਮੂੰਹ ਦੇ ਚਪੇੜ ਆ ਕਿ ਭਾਈ ਬਾਣਾ ਜਿਹੜਾ ਪਾ ਕੇ ਕੋਈ ਸਿੰਘ, ਨਿਹੰਗ ਸਿੰਘ ਜਾਂਦਾ ਵਾ, ਉਹ ਵਿਹਲਾ ਨਹੀਂ ਹੁੰਦਾ, ਉਹ ਕਿਰਤ ਵੀ ਕਰਦਾ ਵਾ, ਉਹ ਆਪਣੀ ਕਿਰਤ ਦੇ ਵਿੱਚ ਰੁੱਝਿਆ ਹੋਇਆ ਵਾ। ਉਹਨੂੰ ਮਾਲਕ ਨੇ ਉਹਨੂੰ ਡਿਊਟੀ ਦਿੱਤੀ ਹੈ ਕਿਰਤ ਦੀ। ਸਾਰੇ ਨਿਹੰਗ ਸਿੰਘ ਵਿਹਲੇ ਨਹੀਂ ਆ, ਕੋਈ ਨਿਹੰਗ ਸਿੰਘ ਨਹੀਂ ਵਿਹਲਾ। ਕੋਈ ਆਪਣੇ ਨਿਤਨੇਮ ਦੀ ਕਿਰਤ ਕਰਦਾ ਵਾ ਕਿਤੇ ਗੁਰਦੁਆਰੇ ਦੇ ਵਿੱਚ, ਕੋਈ ਸੰਥਿਆ ਦੀ ਕਿਰਤ ਕਰ ਰਿਹਾ ਵਾ, ਕੋਈ ਗੱਤਕੇ ਦੀ ਕਿਰਤ ਕਰਦਾ ਵਾ, ਕੋਈ ਬਾਣੀ ਦੀ ਕਿਰਤ ਕਰਦਾ, ਕੋਈ ਕੀਰਤਨ ਸਿਖਾਉਣ ਦੀ ਕਿਰਤ ਕਰਦਾ। ਐਵੇਂ ਮਾਲਕ ਨੇ ਮੈਨੂੰ ਪੇਂਟਿੰਗ ਦੀ ਕਿਰਤ ਦਿੱਤੀ ਹੈ ਜੀ, ਮੈਂ ਆਪ ਦੀ ਕਿਰਤ ਕਰਦਾ ਵਾਂ। ਸੋ ਨਿਹੰਗ ਸਿੰਘ ਮੇਰੇ ਖਿਆਲ ਨਾਲ ਵੀ ਕੋਈ ਵਿਹਲਾ ਨਹੀਂ ਆ, ਸਾਰੇ ਆਪੋ ਆਪਣੀ ਕਿਰਤਾਂ ਦੇ ਵਿੱਚ ਲੱਗੇ ਹੋਏ ਨੇ ਔਰ ਮੋਸਟਲੀ ਬਾਣਾ ਪਾ ਕੇ ਕਰਦੇ ਨੇ ਜੀ। ਕਿੰਨੇ ਸਾਲਾਂ ਤੋਂ ਤੁਸੀਂ ਇਸ ਪੇਂਟ ਦਾ ਕੰਮ ਕਰ ਰਹੇ ਹੋ ਔਰ ਇਸ ਰੂਪ ਦੇ ਵਿੱਚ ਕਿੰਨੇ ਸਾਲਾਂ ਤੋਂ? ਮੈਨੂੰ ਜੀ ਤਕਰੀਬਨ 18-19 ਸਾਲ ਹੋ ਗਏ ਨੇ ਪੇਂਟਿੰਗ ਲਾਈਨ ਦੇ ਵਿੱਚ, ਔਰ ਬਾਣੇ ਦੇ ਵਿੱਚ ਆ ਕੇ ਮੈਨੂੰ 4 ਕੁ ਸਾਲ ਹੋ ਗਏ ਨੇ ਕੰਮ ਕਰਦੇ ਨੂੰ, ਕਿ ਮੈਂ ਬਾਣਾ ਪਾ ਕੇ ਕੰਮ ਕਰਦਾ ਪਿਆ ਵਾਂ ਪੇਂਟਿੰਗ ਲਾਈਨ ਦੇ ਵਿੱਚ। ਤਾਂ ਕਿਸ ਤਰ੍ਹਾਂ ਇਹ ਮੋਟੀਵੇਸ਼ਨ ਮਿਲੀ ਕਿ ਤੁਸੀਂ ਇਸ ਰੂਪ ਦੇ ਵਿੱਚ ਆ ਗਏ? ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ 18-19 ਸਾਲ ਹੋ ਗਏ ਕੰਮ ਕਰਦੇ ਆ, ਔਰ ਉਸ ਤੋਂ ਬਾਅਦ ਤੁਸੀਂ ਇਸ ਰੂਪ ਦੇ ਵਿੱਚ ਆਉਂਦੇ ਹੋ, ਕੀ ਕਾਰਨ ਸੀ? ਕਾਰਨ ਇਸ ਤਰ੍ਹਾਂ ਹੈ ਜੀ, ਮੇਰਾ ਮੋਟੀਵੇਟ ਹੋਣਾ ਤੁਹਾਡੇ ਨਾਲ ਹੀ ਆ। ਜਿਹੜੀ ਮੇਰੇ ਹੱਥ ਦੀ ਪੇਂਟਿੰਗ ਹੋਈ ਆ ਸੰਤਾਂ ਦੀ ਤਸਵੀਰ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹਨਾਂ ਦੀ ਮੈਂ ਸਪੀਚ ਸੁਣੀ ਸੀ। ਉਹਦੇ ਵਿੱਚ ਉਹਨਾਂ ਨੇ ਸ਼ਬਦ ਬੋਲੇ ਸੀ ਕਿ ਜੇ ਬੱਚਾ ਆਪਣੇ ਪਿਓ ਵਰਗਾ ਨਹੀਂ ਆ ਤਾਂ ਉਹਨੂੰ ਦੁਨੀਆ ਕੀ ਕਹੇਗੀ। ਉਹ 2 ਜਿਹੜੇ ਸ਼ਬਦ ਜਿਹੜੇ ਬੋਲੇ ਸੀ, ਉਹ ਮੇਰੇ ਅੰਦਰ ਇੱਕ ਬੜੀ ਡੂੰਘੀ ਸੱਟ ਜੀ ਵੱਜੀ। ਮੈਂ ਫਿਰ ਸਮਾਂ ਨਹੀਂ ਖਰਾਬ ਕੀਤਾ, ਮੈਂ ਕਿਹਾ ਜੀ ਅੰਮ੍ਰਿਤ ਪਾਨ ਕਰਨਾ। ਘਰਦਿਆਂ ਨੇ ਬਥੇਰਾ ਮੈਨੂੰ ਕਿਹਾ ਸੀ ਕਿ 1 ਮਹੀਨਾ ਖੜ ਜਾ, ਕੇਸ ਰੱਖ ਲਾ, ਪਹਿਲਾਂ ਆਪਣੇ ਆਪ ਨੂੰ ਥੋੜ੍ਹਾ ਬਣਾ ਲਾ ਉਵੇਂ ਦਾ, ਅਤੇ ਫਿਰ ਛਕ ਲਈ ਜਦੋਂ ਤੇਰਾ ਮਨ ਬਣ ਜਾਏਗਾ। ਮੈਂ ਕਿਹਾ ਨਹੀਂ, ਹੁਣ ਨਹੀਂ, ਜੇ ਸਮਾਂ ਖਰਾਬ ਕੀਤਾ ਤਾਂ ਫਿਰ ਮਨ ਬਦਲ ਜਾਣਾ ਵਾ। ਇੱਕ ਦਿਨ ਬਸ ਪਿਆ ਸੀ, ਅਗਲੇ ਦਿਨ ਜਾ ਕੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ ਔਰ ਸਿੱਖੀ ਸਰੂਪ ਦੇ ਵਿੱਚ ਆ ਗਿਆ। ਉਹ ਸਾਡੇ ਸਿੰਘ ਨੇ, ਜਿਸ ਤਰ੍ਹਾਂ ਮੇਰੇ ਵੱਡੇ ਭਾਈ ਪਰਮਜੀਤ ਸਿੰਘ ਅਕਾਲੀ ਜੀ, ਉਹ ਪਹਿਲਾਂ ਹੀ ਇਸ ਰੂਪ 'ਚ ਨੇ, ਅੰਮ੍ਰਿਤਧਾਰੀ ਨੇ, ਬਾਣਾ ਪਾ ਕੇ ਰੱਖਦੇ ਨੇ। ਉਹ ਮੈਂ ਉਹਨਾਂ ਤੋਂ ਫਿਰ ਕਾਫੀ ਮੋਟੀਵੇਟ ਹੋਇਆ। ਫਿਰ ਉਹਨਾਂ ਨੇ ਮੈਨੂੰ ਬਾਣਾ ਦਿੱਤਾ ਵੀ ਆਪਾਂ ਅਰਦਾਸ ਕਰਕੇ 5 ਸਿੰਘ ਅਰਦਾਸ ਕਰਦੇ ਹਾਂ ਤਾਂ ਮੈਂ ਤੈਨੂੰ ਬਾਣਾ ਪਵਾਈਏ ਭਾਈ। ਜਦੋਂ ਬਾਣਾ ਪਵਾਇਆ ਸਗੋਂ ਹੋਰ ਚੜ੍ਹਦੀ ਕਲਾ ਹੋ ਗਈ, ਕਿਉਂਕਿ ਇੱਕ ਦਿੱਖ ਵੱਖਰੀ ਹੋ ਗਈ ਮੇਰੀ। ਨੋਰਮਲ ਦੇ ਆਪਾਂ ਪੈਂਟ ਸ਼ਰਟ ਦੇ ਵਿੱਚ ਕੰਮ ਕਰਦੇ ਹੀ ਕਰਦੇ ਹਾਂ, ਪਰ ਇੱਕ ਬਾਣਾ ਪਾ ਕੇ ਜਾ ਕੇ ਕੰਮ ਕਰਨਾ ਬੜੀ ਵੱਡੀ ਜੀ ਗੱਲ ਹੁੰਦੀ ਆ। ਔਰ ਮੈਨੂੰ ਆਪ ਨੂੰ ਇੱਕ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਆ ਕਿ ਮੈਂ ਇਸ ਰੂਪ ਦੇ ਵਿੱਚ ਜਾ ਕੇ ਕੰਮ ਕਰਦਾ ਪਿਆ, ਔਰ ਲੋਕੀ ਮੈਨੂੰ ਕਾਫੀ ਰਿਸਪੈਕਟ ਦੇ ਰਹੇ ਨੇ ਜੀ। ਕਿੰਨਾ ਕੁ ਫਰਕ ਲੱਗਦਾ ਸੀ ਜਦ ਤੁਹਾਡੇ ਘਰਾਂ ਦੀਆਂ ਫੋਟੋਗ੍ਰਾਫਸ ਵੀ ਵੇਖੀਆਂ ਤਾਂ ਪਹਿਲਾਂ ਤੁਹਾਡੀ ਕਟਿੰਗ ਸੀ, ਔਰ ਤੁਸੀਂ ਸ਼ਾਇਦ ਲੱਗਦਾ ਹੈ ਕਿ ਤੁਸੀਂ ਫੋਰਨ ਵੀ ਕਿਸੇ ਕੰਟਰੀਜ਼ ਦੇ ਵਿੱਚ ਦੀਆਂ ਜਿਹੜੀਆਂ ਫੋਟੋਜ਼ ਜਿਹੜੀਆਂ ਕਲਿੱਕ ਕੀਤੀਆਂ ਹੋਈਆਂ ਨੇ, ਤਾਂ ਉਹ ਕੀ ਕਿਤੇ ਤੁਸੀਂ ਅਬਰੋਡ ਗਏ ਸੀ? ਨਹੀਂ ਜੀ, ਇੱਥੇ 6 ਦੀ ਕੰਟਰੀ 'ਚ ਗਏ ਸੀ। ਉਹ ਵੀ ਮੈਂ ਕੰਮ ਕਰਨ ਦੇ, ਜਿਸ ਤਰ੍ਹਾਂ ਪਿਛਲੇ ਆਪਣਾ ਚੱਲ ਜੀਏ ਪਿਛਲੇ ਸਾਲਾਂ ਦੇ ਵਿੱਚ ਝਾਤੀ ਮਾਰੇ ਆਪਣੀ ਪਿਛਲੀ ਜੀਵਨੀ ਦੇ ਵਿੱਚ, ਵੀ ਬੰਦਾ ਕੰਮ ਦੀ ਭਾਲ ਦੇ ਵਿੱਚ, ਪੈਸੇ ਦੀ ਭਾਲ ਦੇ ਵਿੱਚ, ਸੁੱਖ ਲੱਭਣ ਦੀ ਕਰਕੇ ਇੱਧਰ ਉੱਧਰ ਭਟਕਦਾ ਵਾ। ਮੈਂ ਵੀ ਬਾਹਰ ਗਿਆ ਕੰਮ ਕਰਨ ਵਾਸਤੇ, ਪਰ ਉੱਥੇ ਵੀ ਕੀ ਕਹਿੰਦੇ ਹੁੰਦੇ ਨੇ, ਜਦੋਂ ਤੱਕ ਉਸ ਅਕਾਲ ਪੁਰਖ ਦੀ ਨਜ਼ਰ ਸਵੱਲੀ ਨਾ ਹੋਵੇ ਉਦੋਂ ਤੱਕ ਕੁਛ ਨਹੀਂ ਹੋ ਸਕਦਾ। ਜਾ ਕੇ ਕੰਮ ਕੀਤਾ ਵਾ, ਔਰ ਕੰਮ ਕਰਨ ਦੇ ਵਿੱਚ ਉਹ ਸ਼ੋਹਰਤ ਹਾਸਲ ਨਹੀਂ ਹੋਈ। ਜਦੋਂ ਇੱਥੇ ਅੰਮ੍ਰਿਤਪਾਨ ਕਰਕੇ
ਇਸ ਬਾਣੇ ਦੇ ਵਿੱਚ ਆ ਕੇ ਜੋ ਸ਼ੋਹਰਤ ਤੇ ਇੱਜ਼ਤ ਮਾਣ ਮਹਿਸੂਸ ਹੋ ਰਿਹਾ ਵਾ, ਉਹ ਅਕਾਲ ਪੁਰਖ ਦੀ ਕਿਰਪਾ ਆ ਜੀ। ਤਾਂ ਕਿਸ ਤਰ੍ਹਾਂ ਜਿਹੜਾ ਤੁਸੀਂ ਕੰਮ ਕਰਦੇ ਹੈਗੇ ਹੋ, ਇਸ ਕੰਮ ਦੇ ਵਿੱਚ ਸਭ ਤੋਂ ਵੱਧ ਕਦੋਂ ਨਿਖਾਰ ਕਦੋਂ ਆਇਆ? ਕਿਉਂਕਿ ਤੁਸੀਂ 18-19 ਸਾਲ ਤੋਂ ਕੰਮ ਕਰ ਰਹੇ ਹੋ, ਕਿਹੜਾ ਸਮਾਂ ਸੀ ਜਦੋਂ ਵੱਧ ਤੁਹਾਨੂੰ ਸਮਾਂ ਸਿੱਖਣ ਲਈ ਮਿਲਿਆ, ਔਰ ਕਿਹੜਾ ਸਮਾਂ ਸੀ ਜਦ ਵੱਧ ਨਿਖਾਰ ਆਇਆ ਤੁਹਾਡੇ ਕੰਮ ਦੇ ਵਿੱਚ? ਕੰਮ ਜੀ ਮੈਂ 18-19 ਸਾਲ ਤੋਂ ਕਰਦਾ ਪਿਆ। ਮੈਂ 10ਵੀਂ ਤੋਂ ਸਟਾਰਟ ਹੋ ਗਿਆ ਸੀ ਕੰਮ ਕਰਨਾ, ਠੀਕ ਹੈ ਜੀ। ਔਰ 10ਵੀਂ ਤੋਂ ਬਾਅਦ ਮੈਂ ਜਿਉਂ ਫਿਰ ਇਸ ਕੰਮ ਦੇ ਵਿੱਚ ਵਧਿਆ ਗਾ, ਮੈਂ ਇੱਕ ਪੇਂਟਰ ਨੂੰ ਵੇਖ ਕੇ ਮੈਂ ਵੀ ਪ੍ਰਭਾਵਿਤ ਹੋਇਆ ਕਿ ਮੈਂ ਵੀ ਪੇਂਟਰ ਹੀ ਬਣਨਾ, ਆਰਟਿਸਟ ਹੀ ਬਣਨਾ। ਫੋਟੋਆਂ ਬਣਾਉਂਦਾ ਸੀ ਉਹ। ਮੈਂ ਫਿਰ ਇੱਕ ਉਸਤਾਦ ਧਾਰਨ ਕੀਤਾ, ਬੱਬੂ ਨਾਗੀ ਜੀ, ਹੁਕਮ ਸਿੰਘ ਰੋਡ 'ਤੇ ਉਹਨਾਂ ਦੀ ਦੁਕਾਨ ਆ, ਅੱਜ ਵੀ ਪੇਂਟਿੰਗ ਦਾ ਕੰਮ ਕਰਦੇ ਨੇ ਉਹ ਵੀ। ਔਰ ਉਹਨਾਂ ਤੋਂ ਇੰਸਪਾਇਰ, ਉਹਨਾਂ ਤੋਂ ਕਾਫੀ ਗੁਣ ਲਏ। ਫਿਰ ਇਹਦੇ ਦੌਰਾਨ ਮੈਂ ਬਾਹਰ ਵੀ ਗਿਆ, ਬਾਹਰ ਜਾ ਕੇ ਸਿਕਿਉਰਿਟੀ ਦਾ ਕੰਮ ਕੀਤਾ। ਉੱਥੇ ਮੈਂ ਪਾਰਟ ਟਾਈਮ ਦੇ ਵਿੱਚ ਸਕੈਚ ਬਣਾਉਂਦਾ ਸੀ, ਪੈਨਸਲ ਸਕੈਚ। ਪਰ ਇੰਨੀ ਕੋਈ ਗੱਲ ਜੱਚੀ ਜੀ ਨਹੀਂ, ਯਾਨੀ ਕਿ ਇੱਕ ਜਿਸ ਤਰ੍ਹਾਂ ਜੀਵਨ 'ਚ ਸਕੂਨ ਮਿਲਣਾ ਚਾਹੀਦਾ ਉਹ ਮਿਲਿਆ ਨਹੀਂ ਹੈ। ਵਾਪਸ ਜਦੋਂ ਆਏ ਆ, ਵਾਪਸ ਆ ਕੇ ਕੰਮ ਕੀਤਾ, ਪਰ ਉਹੋ ਜਿਹੀ ਗੱਲਬਾਤ ਨਹੀਂ ਸੀ ਲੱਗੀ ਵੀ ਕੰਮ ਦੇ ਵਿੱਚ ਜਿਵੇਂ ਕੰਮ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਨਾ, ਇੱਕ ਦਿਲੋਂ ਖੁਸ਼ੀ ਨਹੀਂ ਹੁੰਦੀ ਸੀ ਕੰਮ ਕਰਨ ਦੇ ਵਿੱਚ ਵੀ। ਫਿਰ ਜਦੋਂ ਅੰਮ੍ਰਿਤ ਪਾਣ ਕੀਤਾ, ਪਰ ਉਦੋਂ ਇੱਕ ਵੱਖਰਾ ਜਿਹਾ ਇੱਕ ਮਾਣ ਮਹਿਸੂਸ ਹੋਇਆ ਵੀ ਨਹੀਂ, ਹੁਣ ਆਪਾਂ ਇੱਕ ਚੰਗੇ ਲੀਹ 'ਤੇ ਪੈ ਚੁੱਕੇ ਹਾਂ, ਇੱਕ ਰਾਹ ਮਿਲ ਗਿਆ ਸਾਨੂੰ, ਇੱਕ ਡੈਸਟੀਨੇਸ਼ਨ ਨਜ਼ਰ ਆਉਣ ਡਈ ਆ ਵੀ ਹੁਣ ਇਸ ਲਾਈਨ ਦੇ ਉੱਤੇ ਤੁਰਨਾ ਵਾ ਅਤੇ ਇੱਥੇ ਅੱਗੇ ਸਾਡੀ ਮੰਜ਼ਿਲ ਹੈਗੀ ਆ। ਉਦੋਂ ਤਾਂ ਕੀ ਹੁੰਦਾ ਨੇ ਕਿ ਸਾਨੂੰ ਮੰਜ਼ਿਲ ਹੀ ਨਜ਼ਰ ਆਉਣ ਡਈ ਸੀ, ਹਨੇਰਾ ਸੀ, ਪਰ ਹੁਣ ਸਾਹਮਣੇ ਇੱਕ ਦਿਖਦਾ ਵਾ ਕਿ ਅਕਾਲ ਪੁਰਖ ਦੀ ਜੋਤ ਸਾਨੂੰ ਚਾਨਣ ਦੇ ਰਹੀ ਆ। ਹੁਣ ਅੱਜ ਸਾਡੀ ਮੰਜ਼ਿਲ, ਸਾਡੇ ਘਰ ਦੇ ਵੀ ਸੁਖੀ ਨੇ, ਸਾਡੇ ਘਰ ਦੇ ਵੀ ਸਾਨੂੰ ਦੇਖਦੇ ਨੇ। ਪਿਛਲੇ ਦਿਨੀ ਮੇਰੇ ਫਾਦਰ ਸਾਹਿਬ ਦੇਖ ਰਹੇ ਸੀ, ਇੰਟਰਵਿਊ ਦੇਖ ਰਹੇ ਸੀ, ਉਹ ਬੜੇ ਖੁਸ਼ ਹੋਏ। ਮੇਰੇ ਭੈਣਾਂ ਬੜੀਆਂ ਖੁਸ਼ ਹੋਈਆਂ ਵੀ ਸਾਡਾ ਭਰਾ ਇੰਟਰਵਿਊ ਕਰਦਾ ਪਿਆ ਵਾ। ਉਹ ਸਾਨੂੰ ਆਪ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੇਰੇ। ਔਰ ਸਭ ਨੂੰ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਵਾਂ, ਕੱਲ੍ਹ ਦੀ ਗੱਲ ਆ, ਮੈਨੂੰ ਕੱਲ੍ਹ ਫੋਨ ਆਏ ਨੇ, 2 ਫੋਨ ਆਏ, ਇੱਕ ਰਾਤੀ ਆਇਆ, ਇੱਕ ਸ਼ਾਮੀ ਆਇਆ ਸੀ। ਔਰ ਦੋਨੋਂ ਮੇਰੇ ਸੱਜਣ ਨੇ, ਔਰ ਦੋਨੋਂ ਹੀ ਮੇਰੇ ਨਾਲ ਆਪਣਾ ਸਮਾਂ ਬਿਤਾ ਚੁੱਕੇ ਨੇ। ਔਰ ਦੋਨੋਂ ਹੀ ਵੱਡੀ ਗੱਲ, ਅਸੀਂ ਉਸ ਸਮੇਂ 'ਚੋਂ ਨਿਕਲੇ ਆ ਕਿ ਜਿੱਥੇ ਅਸੀਂ ਸ਼ਰਾਬ ਵੀ ਪੀਂਦੇ ਰਹੇ ਸੀ ਪਿਛਲੇ ਸਮੇਂ ਜਦੋਂ ਬਾਹਰ ਸੀ। ਦਿਨ ਸਾਡਾ ਬਾਅਦ 'ਚ ਚੜ੍ਹਦਾ ਸੀ 5 ਵਜੇ, 4 ਵਜੇ, 3 ਵਜੇ ਉੱਠਣਾ, ਦਾਰੂ ਪੀਣੀ ਸਟਾਰਟ ਕਰ ਦਿੰਦੇ ਸੀ ਬਾਹਰ। ਪਰ ਅੱਜ ਦੇ ਸਮੇਂ ਉਹਨਾਂ ਨੇ ਵੀ ਕੇਸ ਰੱਖੇ ਹੋਏ ਨੇ। ਔਰ ਮੇਰੇ ਵੱਲ ਵੇਖ ਕੇ ਮੇਰੀ ਇੰਟਰਵਿਊ, ਤੁਸੀਂ ਹੁਣ ਸਾਰੇ ਪੱਤਰਕਾਰ ਭਰਾ ਇੰਟਰਵਿਊ ਕਰਦੇ ਪਏ, ਉਹ ਕਿਤੇ ਨਾ ਕਿਤੇ ਦੇਖ ਰਹੇ ਨੇ ਇੰਟਰਵਿਊ, ਬਾਹਰ ਬੈਠੇ ਵੀ। ਇੱਕ ਬੈਂਗਲੋਰ ਹੈ, ਇੱਕ ਉਰੇ ਹੈ, ਦਿੱਲੀ ਹੈ। ਉਹ ਕਹਿੰਦੇ ਨੇ ਕਿ ਤੇਰੀ ਇੰਟਰਵਿਊ ਦੇਖੀ ਹੈ, ਅਤੇ ਮੈਂ ਇਸ ਚੀਜ਼ ਤੋਂ ਯਾਰ ਮੈਨੂੰ ਬਹੁਤ ਮਾਣ ਜਿਹਾ ਮਹਿਸੂਸ ਹੁੰਦਾ ਕਿ ਸਾਡੇ ਨਾਲ ਹੀ ਬੰਦਾ ਇੱਕ ਤੁਰਿਆ ਅਤੇ ਉਹ ਅੱਜ ਕਿੱਥੇ ਪਹੁੰਚ ਗਿਆ ਵਾ, ਅਤੇ ਅਸੀਂ ਵੀ ਅੰਮ੍ਰਿਤ ਪਾਨ ਕਰਨਾ ਵਾ। ਔਰ ਮੇਰੇ ਵਾਸਤੇ ਇੱਕ ਇਸ ਤੋਂ ਵੱਡੀ ਫ਼ਖਰ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਕਿ ਕੋਈ ਮੇਰੇ ਤੋਂ ਬੰਦਾ ਪ੍ਰਭਾਵਿਤ ਹੋ ਕੇ ਔਰ ਇਸ ਲਾਈਨ ਦੇ ਵਿੱਚ ਆ ਰਿਹਾ, ਇੱਕ ਸਿੱਖੀ ਸਰੂਪ ਦੇ ਵਿੱਚ ਆ ਰਿਹਾ ਵਾ। ਉਹਦਾ ਸ਼ੁਕਰਗੁਜ਼ਾਰ ਕਰਦਾ ਵਾਂ ਅਕਾਲ ਪੁਰਖ ਦਾ ਕਿ ਮੇਰੇ ਤੋਂ ਵੀ ਕੋਈ ਮੋਟੀਵੇਟ ਹੋਣ ਡਿਆ ਵਾ। ਸੋ ਮੈਂ ਇਹ ਵੀ ਜਾਣਨਾ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਪਿੱਛੇ ਵੀ ਦੇਖ ਰਹੇ ਆ, ਤੁਸੀਂ ਐਡੀਆਂ ਵਧੀਆ ਜਿਹੜੀਆਂ ਨੇ ਪਿਕਚਰਸ ਬਣਾਉਂਦੇ ਹੋ, ਤਾਂ ਤੁਸੀਂ ਕੋਈ ਕੋਰਸ ਕੀਤਾ ਹੋਇਆ ਜਾਂ ਇਹ ਗੋਡ ਗਿਫਟਡ ਹੀ ਹੈ? ਨਹੀਂ ਜੀ, ਮੈਂ ਕੋਰਸ ਨਹੀਂ ਕੀਤਾ ਜੀ। ਮੈਂ ਐਕਚੁਅਲੀ ਪ੍ਰਭਾਵਿਤ ਹੋਇਆ ਸੀ ਇੱਕ ਪੇਂਟਰ ਤੋਂ, ਔਰ ਸਾਡੇ ਘਰ ਦੇ ਵਿੱਚ ਨਾ ਤਾਂ ਕੋਈ ਪੇਂਟਰ ਆ। ਮੈਂ, ਤੁਸੀਂ ਕਹਿ ਸਕਦੇ ਕਿ ਗੋਡ ਗਿਫਟਡ ਹੀ ਹੈ, ਕਿਉਂਕਿ ਮੇਰੀ ਇੱਕ ਸ਼ੌਂਕ ਸੀ, ਇੱਕ ਮਨ ਦੇ ਅੰਦਰ ਚਾਹ ਸੀ ਕਿ ਮੈਂ ਆਰਟਿਸਟ ਬਣਨਾ ਵਾ। ਔਰ ਇਹਦੇ ਵਿੱਚ ਮੇਰਾ ਰੁਝਾਨ ਵੱਧਦਾ ਗਿਆ, ਫਿਰ ਪੇਂਟਰ ਬਣ ਗਏ, ਪੇਂਟਰ ਤੋਂ ਬਾਅਦ ਆਰਟਿਸਟ ਬਣ ਗਏ। ਤਾਂ ਹੁਣ ਜਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਫਿਰ ਘਰ ਹੀ ਆਰਡਰਸ ਆਉਂਦੇ ਨੇ ਜਾਂ ਆਨਲਾਈਨ ਤੁਹਾਡੀ ਕੋਈ ਸਾਈਟ ਹੈਗੀ ਆ? ਕਿਸ ਤਰ੍ਹਾਂ ਤੁਹਾਨੂੰ ਲੋਕ ਸੰਪਰਕ ਕਿਸ ਤਰ੍ਹਾਂ ਕਰਦੇ ਆ ਤੁਹਾਡੇ ਨਾਲ? ਸੰਪਰਕ ਇਸ ਤਰ੍ਹਾਂ ਜੀ, ਸੋਸ਼ਲ ਮੀਡੀਆ ਦਾ ਜ਼ਮਾਨਾ ਜੇ। ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦਾ ਮੇਰਾ ਪੇਜ ਬਣਿਆ ਵਾ, ਆਈਡੀ ਬਣੀ ਆ ਰਾਜਵੀਰ ਸਿੰਘ ਅਕਾਲੀ ਦੇ ਨਾਂ 'ਤੇ। ਉੱਥੇ ਮੇਰੇ ਸੰਪਰਕ ਨੰਬਰ ਪਏ ਨੇ। ਮੈਂ ਆਪ ਦਾ ਜਿਵੇਂ ਰੈਸਟੋਰੈਂਟ ਦਾ ਕੰਮ ਕਰਦਾ, ਮੈਂ ਉਹਨਾਂ ਦੀਆਂ ਫੋਟੋਆਂ ਵੀਡੀਓ ਕਲਿੱਕ ਕਰਕੇ ਆਪਣੇ ਆਈਡੀ ਦੇ ਉੱਤੇ ਪਾ ਦਿੰਦਾ ਵਾ, ਨੰਬਰ ਦੇ ਦਈਦੇ ਨੇ। ਔਰ ਜਿੱਥੋਂ ਫੋਨ ਆਉਂਦਾ ਵਾ ਉੱਥੇ ਚਲੇ ਜਾਈਦਾ ਜੀ ਕਿਰਤ ਕਰਨ। ਜਿਵੇਂ ਪੰਜਾਬ ਦੇ ਵਿੱਚ ਹੋਵੇ, ਕਿਤੇ ਵੀ ਕਿਸੇ ਵੀ ਜ਼ਿਲ੍ਹੇ ਦੇ, ਅੰਮ੍ਰਿਤਸਰ ਦੇ ਵਿੱਚ ਤਾਂ ਚਲੋ ਹੈ ਹੀ ਹੈ, ਪੰਜਾਬ ਤੋਂ ਬਾਹਰ ਵੀ ਕਿਤੇ ਜਾਣਾ ਹੋਵੇ ਤਾਂ ਫਿਰ ਉੱਥੇ ਵੀ ਜਾਈਦਾ ਵਾ। ਪਿਛਲੇ ਦਿਨੀ ਗੁਜਰਾਤ 2 ਵਾਰੀ ਹੋ ਕੇ ਆਏ, 4 ਕੁ ਰੈਸਟੋਰੈਂਟ ਉੱਧਰ ਪੇਂਟ ਕਰਕੇ ਆਏ ਆ। ਵਧੀਆ ਕੰਮ ਹੈ ਕਿ ਹੁਣ ਅਕਾਲ ਪੁਰਖ ਦੀ ਚੜ੍ਹਦੀ ਕਲਾ ਕਿਰਪਾ। ਤੁਸੀਂ ਖੁਦ ਕੰਮ ਕਰਦੇ ਹੋ ਕਿ ਤੁਹਾਡੇ ਕੰਮ ਦੇ ਵਿੱਚ ਜਿਹੜਾ ਤੁਹਾਡੀ ਕੋਈ ਸਹਿਯੋਗ ਵੀ ਦਿੰਦਾ, ਕੋਈ ਮਦਦ ਕਰਦਾ? ਨਹੀਂ, ਮਦਦ ਤਾਂ ਅਕਾਲ ਪੁਰਖ ਤੇ ਕਰਦੇ ਹੀ ਪਏ ਨੇ। ਮੇਰੇ ਭਰਾਵਾਂ ਦਾ, ਜਿਸ ਤਰ੍ਹਾਂ ਸਾਡੇ ਸਿੰਘਾਂ ਦਾ ਬੜਾ ਸਹਿਯੋਗ ਆ, ਫੈਮਿਲੀ ਦੀ ਕਾਫੀ ਸਪੋਰਟ ਹੈ। ਬਾਕੀ ਜੇ ਕਹੀਏ ਕਿ ਇਸ ਤਰ੍ਹਾਂ ਕਿਸੇ ਨੇ ਕੋਈ ਕਿਸੇ ਨੂੰ ਹਾਇਰ ਕੀਤਾ ਹੁੰਦਾ ਵਾ, ਉਹ ਨਹੀਂ, ਉਹ 10-1.25 ਲੱਖ ਹੀ ਹੈ ਜੀ। ਹਾਂਜੀ, ਇਕੱਲੇ ਹੀ ਕੰਮ ਕਰਦੇ ਹਾਂ। ਕਿਉਂਕਿ ਮੈਨੂੰ ਐਕਚੁਅਲੀ ਮੇਰੇ ਇਕੱਲੇ ਕੰਮ ਕਰਨ ਦਾ ਨਾ ਕਾਰਨ ਇਹ ਆ ਕਿ ਮੈਨੂੰ ਸੰਤੁਸ਼ਟੀ ਹੁੰਦੀ ਆ ਆਪ ਕੰਮ ਕਰਕੇ। ਮੰਨ ਲਓ ਕਲਾਇੰਟ ਨੂੰ ਇੱਕ ਪੂਰਨ ਤੌਰ 'ਤੇ ਸੰਤੁਸ਼ਟੀ ਦੇਣੀ ਕੰਮ ਦੇ ਵਿੱਚ, ਉਹ ਮੈਨੂੰ ਲੱਗਦਾ ਵਾ ਕਿ ਮੈਂ ਨਿੱਕੀ ਤੋਂ ਨਿੱਕੀ ਗਲਤੀ ਵੀ ਉਹਨੂੰ ਸੁਧਾਰ ਕਰਕੇ ਕਲਾਇੰਟ ਨੂੰ ਸਹੀ ਮਾਇਨੇ 'ਤੇ ਸਹੀ ਕੰਮ ਦੇ ਸਕਦਾ ਵਾ। ਔਰ ਜੇ ਆਪਾਂ ਮੰਨ ਲਓ ਦਿਹਾੜੀ 'ਤੇ ਬੰਦਾ ਲਾ ਵੀ ਦਿੰਦੇ ਹਾਂ, ਕਿਸੇ ਤੋਂ ਪੇਂਟਰ ਲਾ ਦਿੰਦੇ ਹਾਂ, ਉਹਨੂੰ ਤਾਂ ਆਪਣੀ ਦਿਹਾੜੀ ਦੇ ਨਾਲ ਮਤਲਬ ਰਹਿ ਜਾਣਾ ਵਾ ਕਿ ਮੰਨ ਲਓ ਉਹਨੂੰ 400, 500 ਜਾਂ 1000 ਦਿਹਾੜੀ ਦੇ ਦੇਵਾਂ,
ਪਰ ਉਹਨੇ ਆਪਣੀ ਦਿਹਾੜੀ ਤੱਕ ਹੀ ਰਹਿ ਜਾਣਾ ਵੀ ਯਾਰ ਆਪਾਂ ਦਿਹਾੜੀ ਆ ਆਪਾਂ ਕਰਕੇ ਨਿਕਲ ਜਾਈਏ। ਕਸਟਮਰ ਖਰਾਬ ਹੋ ਗਿਆ ਤੇ ਫਿਰ ਮੁਸ਼ਕਿਲ ਹੋ ਜਾਂਦਾ, ਮੇਰੀ ਹਿੰਮਤ 'ਚ ਫਰਕ ਪੈ ਜਾਂਦਾ। ਫਿਰ ਇਸ ਕਰਕੇ ਇਕੱਲੇ ਹੀ 1.25 ਲੱਖ ਹੀ ਹੈ ਜੀ ਚੜ੍ਹਦੀ ਕਲਾ। ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਕ ਆਮ ਪੇਂਟਰ ਜਿਹੜੇ ਪੇਂਟ ਕਰਨ ਜਾਂਦੇ ਆ ਤਾਂ ਕਿਸੇ ਵੇਲੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਜਾਂ ਜਿਹਨੇ ਪੇਂਟ ਕਰਾਉਣਾ ਹੁੰਦਾ ਉਹਦੇ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੋਈ ਡਿਸਪਿਊਟ ਹੋ ਜਾਂਦਾ ਜੀ, ਕੰਮ ਨਹੀਂ ਵਧੀਆ ਕੀਤਾ, ਤੇ ਤੁਹਾਡੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਵੱਧ ਜਾਂਦੀ ਆ ਕਿ ਕਿਉਂਕਿ ਤੁਸੀਂ ਇਸ ਰੂਪ ਦੇ ਵਿੱਚ ਹੋ, ਤੁਹਾਨੂੰ ਇੱਕ ਲੋਕ ਬੜੀ ਰਿਸਪੈਕਟ ਦਿੰਦੇ ਆ ਘਰ ਜਾਂਦੇ ਆ ਜਾਂ ਕਿਤੇ ਜਿੱਥੇ ਵੀ ਕੰਮ ਕਰਵਾਉਂਦੇ ਆ, ਤਾਂ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਇੰਨੀ ਵੱਡੀ ਇੱਕ ਜ਼ਿੰਮੇਵਾਰੀ ਆ, ਫਿਰ ਜੇ ਕਿਤੇ ਕਿਸੇ ਇਸ ਤਰ੍ਹਾਂ ਵੀ ਹੋਇਆ ਜ਼ਿੰਦਗੀ ਦੇ ਵਿੱਚ ਕਿ ਕਿਤੇ ਕੋਈ ਤੁਹਾਨੂੰ ਘਾਟਾ ਵੀ ਪਿਆ ਹੋਵੇ ਕੰਮ ਦੇ ਵਿੱਚ, ਤਾਂ ਤੁਸੀਂ ਫਿਰ ਵੀ ਇੱਕ ਆਪਣੀ ਰੈਪੂਟੇਸ਼ਨ ਸਟੈਂਡ ਰੱਖਣ ਲਈ ਕੰਮ ਨੂੰ ਜਿਹੜਾ ਪੂਰਾ ਕੀਤਾ ਹੋਵੇ? ਕੰਮ ਦੇ ਵਿੱਚ ਵੈਸੇ ਤਾਂ ਕਦੀ ਸਮਾਂ ਆਇਆ ਨਹੀਂ ਜੇ। ਜੇ ਹੁਣ ਦਾ ਆਪਾਂ ਸਮਾਂ ਲਗਾਈਏ ਕਿ ਜਦੋਂ 4 ਸਾਲ ਹੋ ਗਏ ਨੇ ਮੈਨੂੰ ਅੰਮ੍ਰਿਤਪਾਨ ਕੀਤੇ ਹੋਏ, ਵੈਸੇ ਤਾਂ ਮਹਾਰਾਜ ਨੇ ਚੜ੍ਹਦੀ ਕਲਾ ਹੀ ਰੱਖੀ ਹੈ ਜੀ, ਵੀ ਕਿਤੇ ਮੈਨੂੰ ਘਾਟਾ ਮਹਿਸੂਸ ਹੋਇਆ ਨਹੀਂ ਆ। ਬਾਕੀ ਜੇ ਸਮਾਂ ਕੋਈ ਇਹੋ ਜਿਹਾ ਬਣ ਵੀ ਜਾਵੇ ਉਹਦੇ ਭਾਣੇ ਦੇ ਵਿੱਚ ਉਹਦਾ ਭਾਣਾ ਮੰਨਣਾ ਵੀ ਪਵੇ ਤਾਂ ਕੋਈ ਚੱਕਰ ਨਹੀਂ, ਚੜ੍ਹਦੀ ਕਲਾ ਹੀ ਹੈ ਜੀ। ਬਾਕੀ ਰਹੀ ਕਸਟਮਰ ਦੀ ਗੱਲ, ਕਲਾਇੰਟ ਨੂੰ ਖੁਸ਼ ਕਰਨਾ ਕੰਮ ਦੇ ਵਿੱਚ ਉਹ ਮੇਰੀ ਜ਼ਿੰਮੇਵਾਰੀ ਹੈ ਜੀ। ਜਦੋਂ ਤੱਕ ਕਸਟਮਰ ਮੇਰੇ ਨਾਲ ਸੈਟੀਸਫਾਈ ਨਹੀਂ ਹੁੰਦਾ ਆਪਾਂ ਉਹਨੂੰ ਤਰ੍ਹਾਂ ਦੀਆਂ ਪੇਂਟਿੰਗਾਂ ਦਿਖਾਵਾਂਗੇ, ਚੈੱਕ ਕਰਾਵਾਂਗੇ। ਜਦੋਂ ਤੱਕ ਉਹਦੀ ਮਨ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਅਸੀਂ, ਮੇਰਾ ਫਰਜ਼ ਬਣਦਾ ਵੈਸੇ ਵੀ, ਕਿਉਂਕਿ ਮੈਂ ਇੱਕ ਆਰਟਿਸਟ ਹਾਂ। ਜੇ ਮੈਨੂੰ ਅੱਜ ਦੁਨੀਆ ਜਾਣਨ ਦੀ ਆ, ਲੋਕ ਜਾਣਨ ਦੇ ਨੇ, ਪਿਆਰ ਦੇਣ ਦੇ ਨੇ, ਤੇ ਮੇਰਾ ਇਹ ਫਰਜ਼ ਬਣਦਾ ਵਾ ਕਿ ਮੈਂ ਆਪਣੇ ਕਸਟਮਰ ਨੂੰ, ਜੋ ਮੇਰਾ ਰੱਬ ਦਾ ਰੂਪ ਆ, ਜੋ ਮੇਰੇ ਤੋਂ ਕੰਮ ਕਰਾਉਂਦੇ ਨੇ, ਮੇਰਾ ਫਰਜ਼ ਬਣਦਾ ਕਿ ਉਹਨੂੰ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਕਰਾਂ ਜੀ, ਸੈਟੀਸਫਾਈ ਕਰਾਂ ਕਿ ਉਹ ਕੀ ਚਾਹੁੰਦਾ ਵਾ, ਉਹ ਕੀ ਬਣਵਾਉਣਾ ਚਾਹੁੰਦਾ ਵਾ, ਕਿ ਆਪਣਾ ਰੈਸਟੋਰੈਂਟ ਕਿਵੇਂ ਤਿਆਰ ਕਰਾਉਣਾ ਚਾਹੁੰਦਾ ਵਾ। ਇਹ ਮੇਰਾ ਫਰਜ਼ ਹੈ ਜੀ ਅਸਲ ਦੇ ਵਿੱਚ ਜੀ। ਅੱਜ ਤੱਕ ਤੁਸੀਂ ਕਿਹੜੀਆਂ ਪੇਂਟਿੰਗਸ ਬਣਾ ਚੁੱਕੇ ਹੋ ਔਰ ਤੁਹਾਡੀ ਲਾਈਫ ਦੀ ਬੈਸਟ ਪੇਂਟਿੰਗ ਤੁਸੀਂ ਕਿਹਨੂੰ ਗਿਣਦੇ ਹੋ? ਤਕਰੀਬਨ ਪੇਂਟਿੰਗਾਂ ਤਾਂ ਮੈਂ ਸਾਰੀਆਂ ਹੀ ਬਣਾ ਚੁੱਕਾ ਹਾਂ ਜੀ, ਜਿਵੇਂ ਲੈਂਡਸਕੇਪ, ਸੀਨਰੀਆਂ ਵਗੈਰਾ, ਕਿਸੇ ਤਰ੍ਹਾਂ ਦੀ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਪੇਂਟਿੰਗ ਲੈ ਲਓ। ਕਿਸੇ ਦਾ ਕੋਈ ਫੇਸ ਆ, ਜਿਵੇਂ ਹੁਣ ਸੰਤਾਂ ਦੀ ਫੋਟੋ ਬਣੀ ਪਈ ਹੈ, ਤਸਵੀਰ ਬਣਾਈ ਹੈ, ਇਹ ਵੀ ਲੈ ਲਓ। ਔਰ ਸਭ ਨੂੰ ਮੇਰੀ ਜਿਹੜੀ ਮੇਰੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਉਹ ਮੇਰੀ ਪੇਂਟਿੰਗ ਹੈਗੀ ਜੀ, ਮੇਰੀ ਬਲੱਡ ਪੇਂਟਿੰਗ ਸੰਤਾਂ ਦੀ, ਕਿਉਂਕਿ ਮੈਂ ਨਾ ਸੰਤਾਂ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ। ਔਰ ਮੇਰੇ ਮਨ ਦਾ ਚਾਅ ਸੀ ਕਿ ਮੈਂ ਜਿਨ੍ਹਾਂ ਤੋਂ ਮੋਟੀਵੇਟ ਹੋਇਆ ਵਾਂ, ਜਿਨ੍ਹਾਂ ਦਾ ਇੱਕ ਕਾਰਨ ਬਣਿਆ ਕਿ ਮੈਂ ਇਸ ਲਾਈਨ 'ਚ ਆਇਆ ਵਾਂ, ਮੈਂ ਉਹਨਾਂ ਦੀ ਤਸਵੀਰ ਆਪਣੇ ਖੂਨ ਦੇ ਨਾਲ ਲਿਖਾਂ। ਉਹ ਫਿਰ ਮੈਂ ਆਪਣੇ ਇੱਥੇ ਡ੍ਰਿਪ ਲਾ ਕੇ, ਇੱਕ ਜਿਹੜੀ ਸਰਿੰਜ ਹੁੰਦੀ ਆ ਪਾਈਪ ਰਾਹੀਂ ਬਲੱਡ ਆਉਂਦਾ ਸੀ, ਮੈਂ ਬਲੱਡ ਦੇ ਨਾਲ ਸੰਤਾਂ ਦੀ ਤਸਵੀਰ ਬਣਾਈ ਸੀ। ਮੈਂ ਉਹ ਮੇਰੀ ਸਭ ਤੋਂ ਵਧੀਆ ਇੱਕ ਤਸਵੀਰ ਹੈਗੀ ਆ, ਉਹ ਇੱਥੇ ਤੁਹਾਡੇ ਕੋਲ ਹੈ ਨਹੀਂ ਆ, ਉਹ ਮੇਰੇ ਸੱਜਣ ਨਿਹੰਗ ਸਿੰਘ ਹੈ, ਉਹਨਾਂ ਦੇ ਘਰ ਆ। ਉਹ ਖੁਸ਼ੀ ਵਜੋਂ ਉਹਨੇ ਆਪਣੇ ਘਰ ਹੀ ਰੱਖ ਲਈ ਸੀ। ਹੁਣ ਕਾਫੀ ਜਿਹੜੀ ਕਿ ਉਹਨੇ ਆਪਣੇ ਰੱਖੀ ਹੈ ਸਜਾ ਕੇ, ਕਹਿੰਦਾ ਮੈਂ ਰੋਜ਼ ਇੱਥੇ ਧੂਪ ਬੱਤੀ ਹੁੰਦੀ ਹੈ ਮੇਰੇ ਸ਼ਸਤਰਾਂ ਦੇ ਨਾਲ, ਉੱਥੇ ਸੰਤਾਂ ਦੀ ਤਸਵੀਰ ਪਈ ਆ। ਫਿਰ ਮੈਂ ਵੀ ਨਹੀਂ ਲਿਆਉਣੀ ਸਮਝੀ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜੇ ਅਗਲੇ ਨੇ ਮਾਣ ਦੇ ਨਾਲ ਰੱਖੀ ਹੈ ਤਾਂ ਕੋਈ ਗੱਲ ਨਹੀਂ, ਚੜ੍ਹਦੀ ਕਲਾ ਜੀ। ਅੱਛਾ, ਉਹ ਤੁਸੀਂ ਸਾਰੀ ਜਿਹੜੀ ਆਪਣੇ ਖੂਨ ਨਾਲ ਬਣਾਈ ਸੀ? ਹਾਂਜੀ, ਉਹ ਮੈਂ ਖੂਨ ਨਾਲ ਬਣਾਈ। ਉਹ ਮੇਰੇ ਖਿਆਲ ਮੇਰੇ ਫੋਨ ਦੇ ਵਿੱਚ ਹੈ ਨਹੀਂ ਹੈ, ਨਹੀਂ ਤਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ। ਤਾਂ ਕਿੰਨਾ ਸਮਾਂ ਲੱਗ ਗਿਆ ਔਰ ਤੁਹਾਨੂੰ ਉਸ ਚੀਜ਼ ਦੇ ਵਿੱਚ, ਮਤਲਬ ਤੁਸੀਂ ਡਾਕਟਰ ਕੋਲ ਜਾਂ ਕਿ ਪਰਮਿਸ਼ਨ ਲਈ ਸੀ ਜਾਂ ਮਤਲਬ ਪੁੱਛਿਆ ਸੀ ਕਿ ਮੇਰਾ ਕੋਈ ਜਿਸ ਤਰ੍ਹਾਂ ਜ਼ਿਆਦਾ ਬਲੱਡ ਨਿਕਲਣ ਨਾਲ ਕਰਕੇ ਬਲੱਡ ਨਾ ਘਟ ਜੇ, ਜਾਂ ਕਿੰਨਾ ਸਮਾਂ ਲੱਗਾ ਇਹ ਵੀ ਜਾਣਨਾ ਚਾਹਾਂਗੇ? ਨਹੀਂ ਜੀ, ਮੈਂ ਕਿਸੇ ਡਾਕਟਰ ਕੋਲੋਂ ਨਹੀਂ ਪੁੱਛਿਆ ਸੀ। ਤੇ ਜਦੋਂ ਆਪਾਂ ਸਮਰਪਿਤ ਹੋ ਗਏ ਆਪਣੇ ਸਿੱਖ ਧਰਮ ਨੂੰ, ਆਪਣੀ ਕੌਮ ਨੂੰ, ਆਪਣੇ ਗੁਰੂਆਂ ਨੂੰ, ਆਪਣੇ ਸ਼ਹੀਦਾਂ ਸਿੰਘਾਂ ਨੂੰ, ਫਿਰ ਪਰਮਿਸ਼ਨ ਕਾਹਦੀ ਲੈਣੀ? ਫਿਰ ਤਾਂ ਸਾਡੇ ਜਦੋਂ ਸਿਧਾਂਤ ਹੀ ਇਹਨਾਂ ਦੇ ਨਾਲ ਤੁਰਨ ਡੇ ਨੇ, ਸਾਡੇ ਜਦੋਂ ਹੈ ਹੀ ਇੱਕ ਗੁਰੂ ਸਾਡੇ ਨੇ, ਸਭ ਕੁਝ ਆ, ਫਿਰ ਪਰਮਿਸ਼ਨ ਕਾਹਦੀ ਲੈਣੀ ਜੀ? ਫਿਰ ਤਾਂ ਸਾਡੀ ਜਿੰਦ ਜਾਨ, ਸਾਡੇ ਸਾਰਾ ਕੁਝ ਉਹੀ ਹੈ ਜੀ। ਫਿਰ ਤਾਂ ਬਸ ਜੋ ਦਿਲ ਨੇ ਕਿਹਾ ਕਰ ਦਿੱਤਾ ਕਿ ਪਰਮਿਸ਼ਨ। ਸਮਾਂ ਕਿੰਨਾ ਲੱਗਾ ਸੀ ਉਸ ਪੇਂਟਿੰਗ ਨੂੰ ਤਿਆਰ ਕਰਦੇ ਆ? ਉਸ ਪੇਂਟਿੰਗ ਨੂੰ ਮੈਂ ਵੈਸੇ ਸੋਚਿਆ ਸੀ ਕਿ ਮੈਂ 3 ਤੋਂ 4 ਮਿੰਟਾਂ ਦੇ ਵਿੱਚ ਬਣਾ ਦੇਣੀ ਆ, ਪਰ ਉਹ ਸਮਾਂ 10 ਤੋਂ 15 ਮਿੰਟ ਲੱਗ ਗਏ ਸੀ। ਉਦੋਂ ਮੈਨੂੰ ਚੱਕਰ ਵੀ ਆਉਂਦੇ ਵੀ, ਕਿਉਂਕਿ ਨਵਾਂ ਸੀ ਮੈਂ ਉਦੋਂ ਆਪਣਾ ਇਸ ਰੂਪ 'ਚ ਆਇਆ ਸੀ, ਔਰ ਥੋੜ੍ਹਾ ਹੈਲਥੀ ਵੀ ਨਹੀਂ ਸੀ। ਮੈਂ ਉਦੋਂ ਬਲੱਡ ਡੋਨੇਟ ਕਰਕੇ ਵੀ ਆਇਆ ਸੀ, ਮੈਨੂੰ 2 ਮਹੀਨੇ ਹੋਏ ਸੀ ਮੈਂ ਬਲੱਡ ਡੋਨੇਟ ਕੀਤਾ ਸੀ। ਪਰ ਉਦੋਂ ਸੰਤਾਂ ਦਾ ਫਿਰ ਜਨਮ ਦਿਹਾੜਾ ਆ ਗਿਆ ਸੀ, ਉਹ ਜਨਮ ਦਿਹਾੜੇ ਨੂੰ ਸਮਰਪਿਤ ਮੈਂ ਉਹ ਤਸਵੀਰ ਬਣਾਈ ਸੀ। ਉਹ ਥੋੜ੍ਹੇ ਜਿਹੇ ਚੱਕਰ ਜਿਹੇ ਵੀ ਆਏ ਸੀ, ਪਰ ਮੈਂ ਚੜ੍ਹਦੀ ਕਲਾ ਸੀ, ਫਿਰ ਲਾਤਾ ਜਗਾਰਾ ਅਕਾਲ ਪੁਰਖ ਦਾ, ਹੋ ਗਈ ਚੜ੍ਹਦੀ ਕਲਾ, ਬਣਾ ਦਿੱਤੀ ਸੀ। 10 ਮਿੰਟ 15 ਮਿੰਟ ਲੱਗ ਗਏ ਸੀ ਉਦੋਂ। ਵਧੀਆ। ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਕਿਸ ਤਰ੍ਹਾਂ ਤੁਸੀਂ ਜਿਹੜਾ ਫਿਰ ਕੋਈ ਕਿਸੇ ਡਾਕਟਰ ਦੀ ਕਿਤੇ ਹੈਲਪ ਤੇ ਲਈ ਹੋਗੀ ਬਲੱਡ ਕੱਢਣ ਲਈ, ਕਿਸ ਤਰ੍ਹਾਂ ਬਲੱਡ ਕੱਢਿਆ? ਬਲੱਡ ਉਹਨਾਂ ਐਕਚੁਅਲੀ ਮੇਰਾ ਇੱਕ ਸਰਜਨ ਆ, ਉਹ ਆਪਰੇਸ਼ਨ ਕਰਦਾ ਵਾ। ਮੈਂ ਉਹਨੂੰ ਪੁੱਛ ਲਿਆ ਸੀ, ਉਹਨੂੰ ਫੋਨ ਤੇ ਪੁੱਛ ਲਿਆ ਕਿ ਮੈਂ ਕਿਹੜੀ ਨਸ ਇਸ ਤਰ੍ਹਾਂ ਜਿਸ 'ਚੋਂ ਬਲੱਡ ਆਪਾਂ ਕੱਢ ਸਕਦੇ। ਉਹਨੇ ਮੈਨੂੰ ਦੱਸਿਆ ਸੀ, ਫਿਰ ਵੀਡੀਓ ਕਾਲ ਕਰਕੇ ਮੈਂ ਦੇਖ ਲਿਆ ਸੀ, ਅਤੇ ਉਹ ਫਿਰ ਲਾ ਲਈ ਹੌਲੀ ਜਿਹੀ ਡ੍ਰਿਪ ਲਾ ਕੇ ਦੇਖੀ, YouTube ਤੋਂ ਦੇਖਿਆ ਵੀ ਹਾਂ ਠੀਕ ਆ, ਪ੍ਰੋਪਰ ਲਾ ਕੇ ਦੇਖੀ। ਇੱਕ ਲੱਗੇ ਕੈਮਿਸਟਰੀ, ਮੈਂ ਉਹਨੂੰ ਚੈੱਕ ਕਰਾ ਲਿਆ। ਜਦੋਂ ਮਾੜਾ ਜਿਹੀ ਪ੍ਰੈਸ ਕਰਕੇ ਦੇਖੀਦਾ ਸੀ ਨਾੜ ਨੂੰ ਕਿ ਬਲੱਡ ਆ ਰਿਹਾ ਵਾ, ਜਦੋਂ ਬਲੱਡ ਨਿਕਲਦਾ ਪਿਆ ਸੀ, ਫਿਰ ਉਹ ਪੁਆਇੰਟ ਲੱਗਾ ਹੁੰਦਾ, ਇੱਕ ਸਵਿੱਚ ਲੱਗਾ ਹੁੰਦਾ, ਉਹਨੂੰ ਬੰਦ ਕਰ ਲਈਦਾ ਵਾ।
ਜਦੋਂ ਬਲੱਡ ਆਪਾਂ ਬਣਾਉਣੀ ਸੀ ਉਹਨੂੰ ਹੌਲੀ ਜਿਹੀ ਛੱਡ ਦਈਦਾ ਸੀ, ਬਲੱਡ ਨਿਕਲ ਆਉਂਦਾ ਸੀ, ਫਿਰ ਬੰਦ ਕਰ ਦਈਦਾ ਸੀ। ਕਾਫੀ ਬਲੱਡ ਨਿਕਲ ਗਿਆ ਸੀ, ਪਰ ਕੋਈ ਨਹੀਂ, ਚੜ੍ਹਦੀ ਕਲਾ। ਇੱਕ ਮਨ ਨੂੰ ਖੁਸ਼ੀ ਸੀ ਨਾ ਕਿ ਬਣਾਉਣੀ ਆ ਤਾਂ ਬਣਾਉਣੀ ਆ, ਬਸ ਚੜ੍ਹਦੀ ਕਲਾ। ਇਹ ਸਾਡੇ ਸਿੰਘਾਂ ਨੇ ਤੇ ਸ਼ਹੀਦਾਂ ਨੇ ਤੇ ਸਿਰ ਦੇ ਦਿੱਤੇ ਨੇ, ਅਸੀਂ ਮਾੜਾ ਜਿਹਾ ਖੂਨ ਨਹੀਂ ਦੇ ਸਕਦੇ, ਕੋਈ ਚੱਕਰ ਨਹੀਂ ਹੈ ਜੀ। ਲੋੜ ਪਈ ਤਾਂ ਸਿਰ ਵੀ ਦੇ ਦਾਂਗੇ, ਪਰਵਾਹ ਨਹੀਂ ਹੈ ਜੀ ਇਸ ਚੀਜ਼ ਦੀ। ਡਰ ਬਿਲਕੁਲ ਨਹੀਂ ਮਹਿਸੂਸ ਹੋਇਆ? ਨਾ ਜੀ ਨਾ, ਜਦੋਂ ਗੁਰੂ ਸਾਹਿਬ ਦਾ ਅੰਮ੍ਰਿਤ ਪਾਨ ਕੀਤਾ ਫਿਰ ਡਰ ਕਿੱਥੇ, ਫਿਰ ਤਾਂ ਚੜ੍ਹਦੀ ਕਲਾ ਜੀ ਗੁਰੂ ਸਾਹਿਬ ਦੀ। ਇਹ ਕਰਨ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਸੀ ਤੁਸੀਂ ਜਾਂ ਕਿਸੇ ਨਾਲ ਇਹਦੇ ਤੇ ਡਿਸਕਸ਼ਨ ਕੀਤੀ ਸੀ ਇਸ ਚੀਜ਼ ਨੂੰ ਲੈ ਕੇ? ਨਾ ਜੀ ਨਾ, ਪਰਿਵਾਰ ਨੂੰ ਦੱਸ ਦਿੱਤਾ, ਫਿਰ ਕਿੱਥੇ, ਫਿਰ ਤੁਹਾਨੂੰ ਪਤਾ ਹੀ ਆ ਮਾਵਾਂ ਦਾ ਦਿਲ ਕਿੱਡਾ ਕੁ ਹੁੰਦਾ ਵਾ। ਮਾਵਾਂ ਨੂੰ ਦੱਸਾਂਗੇ ਤਾਂ ਉਹਨਾਂ ਨੇ ਤੇ ਮਤਲਬ ਪਹਿਲੀ ਵਾਰ ਸੱਚ ਮਾਂ ਦੀ ਗੱਲ ਦੱਸਾਂ ਤੁਹਾਨੂੰ ਆਪਣੀ ਦੀ, ਮਾਤਾ ਨੂੰ ਮੈਂ ਦੱਸਿਆ ਕਿ ਮੈਂ ਬਲੱਡ ਡੋਨੇਟ ਕਰਕੇ ਆਇਆ, ਤੂੰ ਉਹ ਤਾਂ ਇੱਕਦਮ ਸ਼ੌਕ ਹੋ ਗਏ, ਤੂੰ ਕੀ ਕਰਕੇ ਆ ਗਿਆ? ਉਹ ਮੈਂ ਕਿਹਾ ਬਲੱਡ ਡੋਨੇਟ ਕਰਕੇ ਆਇਆ, ਮੈਂ ਕੋਈ ਚੱਕਰ ਨਹੀਂ ਆ, ਚੰਗਾ ਹੁੰਦਾ ਵਾ, ਤੁਸੀਂ ਵੀ ਕਰਿਆ ਕਰੋ। ਮੈਂ ਤਾਂ ਇਹ ਚੀਜ਼ ਤੋਂ ਵੀ ਬੜਾ ਹੋਰ ਹੁੰਦੇ ਸੀ ਕਿ ਬਲੱਡ ਡੋਨੇਟ ਕਰਕੇ ਆ, ਤੈਨੂੰ ਲੱਗੀ ਆ, ਤੂੰ ਇੰਨਾ ਸਾਰਾ ਖੂਨ ਦੇ ਗਿਆ, ਇੱਕ ਯੂਨਿਟੀ ਹੁੰਦਾ ਵਾ। ਉਹਨਾਂ ਨੂੰ ਕਿੱਥੇ, ਉਹਨਾਂ ਨੂੰ ਮੈਂ ਇਸ ਚੀਜ਼ ਬਾਰੇ ਨਹੀਂ ਦੱਸਿਆ ਕਿ ਮੈਂ ਪੇਂਟਿੰਗ ਬਲੱਡ ਨਾਲ ਬਣਾਈ। ਜਦੋਂ ਬਣ ਗਈ ਸੀ ਫਿਰ ਮੈਂ ਦੱਸਿਆ ਕਿ ਮੈਂ ਆਹ ਚੀਜ਼ ਬਣਾਈ ਹੈ। ਥੋੜ੍ਹੀ ਜਿਹੀ ਡਾਂਟ ਪਈ ਸੀ ਵੀ ਕਿਹੜੇ ਤੂੰ ਗਲਤ ਕੰਮ ਡੇ ਕਰਨ, ਪਰ ਇੱਕ ਮਨ ਨੂੰ ਇੱਕ ਚਾਅ ਜਿਹੜਾ ਨਾ ਉਹ ਬੜਾ ਕੁਝ ਕਰਾਉਂਦਾ ਵਾ ਆਪਣੇ ਗੁਰੂ ਪ੍ਰਤੀ, ਕੋਈ ਚੱਕਰ ਨਹੀਂ ਜੀ। ਪਰ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਨਹੀਂ ਕਹੀਆਂ ਸਾਨੂੰ? ਗੁਰੂ ਮਹਾਰਾਜ ਨੇ ਜਿੱਥੇ ਸਿਰ ਮੰਗੇ ਦਿੱਤੇ ਆ ਨਾ, ਜਿੱਥੇ ਕਿ ਨਿਗਾਹ ਦੇ ਖੂਨ ਆ, ਕੋਈ ਚੱਕਰ ਨਹੀਂ ਹੈ। ਗੁਰੂ ਮਹਾਰਾਜ ਨੇ ਆਨੰਦਪੁਰ ਸਾਹਿਬ 5 ਸਿਰ ਮੰਗੇ ਸੀ, ਉੱਥੇ ਨਾ ਨਹੀਂ ਨਾ ਕੀਤੀ ਸੀ ਉਹਨਾਂ 5 ਨੇ, ਪਰ ਕਰਨ ਅੰਮ੍ਰਿਤ ਤੇ ਸਾਰਿਆਂ ਨੂੰ ਵੀ ਸਿਖਾ ਸਕਦੇ ਸੀ। ਉੱਥੇ 60,000 ਦੀ ਭੀੜ ਲੱਗੀ ਸੀ, ਉਹਨਾਂ ਨੂੰ ਵੀ ਸਿਖਾ ਸਕਦੇ ਸੀ, ਪਰ ਨਹੀਂ, ਸਿਰਫ 5 ਸਿਰ ਮੰਗੇ ਸੀ। ਉਹਨਾਂ ਨੂੰ ਪਤਾ ਸੀ ਕਿ ਇਹ 5 ਸਿਰ ਦੀ ਕੀਮਤ ਕੀ ਹੈ। ਸਾਡੇ ਵਾਸਤੇ ਤਾਂ ਕੁਝ ਵੀ ਨਹੀਂ, ਇੱਕ ਛੋਟਾ ਜਿਹਾ ਇੱਕ ਪਿੰਨ ਹੀ ਲੱਗੀ ਹੈ। ਜੇ ਲੋੜ ਪਏਗੀ ਤਾਂ ਸਿਰ ਵੀ ਦੇਣ ਨੂੰ ਤਿਆਰ ਆ, ਲੈਣ ਨੂੰ ਵੀ ਤਿਆਰ ਆ ਜੀ, ਇਕੱਲੇ ਦੇਣ ਵਾਸਤੇ ਨਹੀਂ। ਸਿੱਖ ਸ਼ਹਾਦਤਾਂ ਦਿੰਦੀ ਤੇ ਆਈ ਆ, ਪਰ ਇਹ ਨਾ ਕਿਤੇ ਕੋਈ ਸੋਚੇ ਵੀ ਇਕੱਲਾ ਸਿਰ ਦੇਣ ਵਾਸਤੇ ਬੈਠੇ ਆ, ਲੋੜ ਪਏਗੀ ਤਾਂ ਸਿਰ ਲਾ ਵੀ ਲਵਾਂਗੇ। ਕਈਆਂ ਨੂੰ ਭੁਲੇਖਾ ਰਹਿ ਜਾਂਦਾ ਵਾ। ਮੈਂ ਤੁਹਾਡੇ ਇਸ ਟੀਵੀ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਾਂਗਾ ਉਹ ਬੇਦਬੀ ਵਾਲਿਆਂ ਨੂੰ ਵੀ ਭਾਈ ਬੇਦਬੀ ਕਰਨ ਤੇ ਡਏ ਜੇ, ਪਰ ਜਿੱਦਣ ਮਾਝੇ ਦੇ ਵਿੱਚ ਕੋਈ ਟੱਕਰ ਗਿਆ, ਸਿਰ ਲਾਉਣ ਲੱਗਿਆ ਟਾਈਮ ਨਹੀਂ ਲਾਵਾਂਗੇ। ਇਹ ਤੁਸੀਂ ਭਾਵੇਂ 2-3 ਵਾਰੀ ਆ ਕਲਿੱਪ ਚਲਾ ਦਿਓ, ਬਹੁਤ ਵਧੀਆ ਲੱਗੂਗਾ ਮੈਨੂੰ ਕਿ ਜਿਹੜੇ ਆ ਬੇਦਬੀ ਕਰਕੇ ਲੁੱਕ ਜਾਂਦੇ ਨੇ। ਜਿੱਦਣ ਸਾਡੇ ਹੱਥੇ ਲੱਗਾ ਗੁੱਟ ਲਾਵਾਂਗੇ ਤੁਹਾਡੇ। ਔਰ ਇੱਕ ਇਸ ਜਿਹੜੇ ਬੇਦਬੀ ਕਰਦੇ ਨੇ, ਔਰ ਇਹਨਾਂ ਵਾਸਤੇ ਇਹ ਸਾਡੇ ਵੱਲੋਂ ਚੇਤਾਵਨੀ ਆ ਸਿੰਘਾਂ ਵੱਲੋਂ, ਸਿੱਖ ਯੂਥ ਪਾਵਰ ਆਫ ਪੰਜਾਬ ਦੇ ਸਿੰਘਾਂ ਵੱਲੋਂ ਵੀ ਜਿਹੜੇ ਬੇਦਬੀ ਕਰਕੇ ਲੁੱਕ ਜਾਂਦੇ ਨੇ, ਸ਼ਾਇਦ ਪਤਾ ਨਹੀਂ ਲੱਗਦਾ ਹੋਊਗਾ ਕਿ ਇਹਨਾਂ ਨੂੰ ਭਾਈ ਜਿੱਦਣ ਸਾਡੇ ਸਾਹਮਣੇ ਉਹ ਚਿਹਰੇ ਸਾਹਮਣੇ ਹੋ ਗਏ, ਘਰੇ ਵੜ ਕੇ ਗੁੱਟ ਲਾਵਾਂਗੇ, ਫਿਰ ਛੱਡਾਂਗੇ ਕਿਸੇ ਨੂੰ ਨਹੀਂ। ਭਾਈ ਸਾਡੇ ਗੁਰੂ ਸਾਹਿਬ ਤੁਸੀਂ ਅੰਗ ਪਾੜ ਕੇ ਕਹਿੰਦੇ ਜੇ ਵੀ ਅਸੀਂ ਰਾਜਨੀਤੀ ਕਰ ਲਈਏ, ਕਦੀ ਨਹੀਂ ਹੋ ਸਕਦਾ ਜੀ। ਅੱਛਾ, ਮੈਂ ਇਹ ਜਾਣਨਾ ਚਾਹਾਂਗਾ ਕਿ ਇੱਕ ਤਾਂ ਤੁਸੀਂ ਪੇਂਟਿੰਗ ਆਪਣੇ ਬਲੱਡ ਨਾਲ ਬਣਾ ਚੁੱਕੇ ਹੋ, ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਫਿਰ ਪੇਂਟਿੰਗ ਬਣਾਓਗੇ? ਜੇ ਵੇਖੋ ਜੀ, ਅਕਾਲ ਪੁਰਖ ਦੀ ਜਿਵੇਂ ਕਿਰਪਾ ਹੋਈ ਉਵੇਂ ਕਰ ਲਾਂਗੇ। ਜੇ ਮਨ ਦੀ ਇੱਛਾ ਜਾਗੀ ਉਹਦੇ ਭਾਣੇ ਦੇ ਅੰਦਰ ਤੇ ਕੋਈ ਚੱਕਰ ਨਹੀਂ ਹੈ ਜੀ। ਹੁਣ ਤਾਂ ਆਦਤ ਪੈ ਗਈ ਹੋਈ ਹੈ ਵੈਸੇ ਵੀ, ਹੁਣ ਤਾਂ ਕੋਈ ਪਰਵਾਹ ਹੀ ਨਹੀਂ ਕੋਈ। ਜ਼ਰੂਰ ਬਣਾਵਾਂਗੇ, ਜੇ ਲੋੜ ਪਈ ਤਾਂ ਬਣਾਵਾਂਗੇ। ਤਾਂ ਕਿਵੇਂ ਫਿਰ ਹੁਣ ਜਿਹੜਾ ਤੁਸੀਂ ਰੋਜ਼ਾਨਾ 'ਚ ਜਿਹੜਾ ਆਪਣਾ ਪੇਂਟ ਦਾ ਕੰਮ ਕਰਦੇ ਜਾਂ ਇਹਦੇ ਨਾਲ ਕੁਝ ਹੋਰ ਵੀ ਕਰਦੇ ਹੋ? ਨਹੀਂ, ਪੇਂਟ ਤਾਂ ਜਿਹੜਾ ਆਪਾਂ ਮੈਂ ਰੈਸਟੋਰੈਂਟ ਬਣਾਉਂਦਾ ਵਾ ਉਹ ਤਾਂ ਸਾਡੀ ਕਿਰਤ ਆ ਜੀ, ਉਹ ਤਾਂ ਕਰਨੀ ਆ ਜੀ। ਦੂਸਰੀ ਗੱਲ, ਇਹਨਾਂ ਦੇ ਨਾਲ ਸਾਡਾ ਜਿਹੜਾ ਜਥਾ ਵਾ ਸਿੱਖ ਯੂਥ ਪਾਵਰ ਆਫ ਪੰਜਾਬ ਦਾ ਅੰਮ੍ਰਿਤਸਰ ਤੋਂ ਪ੍ਰਧਾਨ ਆ ਜੀ, ਉਸ ਦਾ ਮੁੱਖ ਸੇਵਾਦਾਰ ਆ। ਉਹਦੇ ਨਾਲ ਸਾਡੇ ਸਿੰਘਾਂ ਦੇ ਜਿਸ ਤਰ੍ਹਾਂ ਹੁਣ ਕਾਰਜ ਕਰੀਦੇ, ਕੋਈ ਗੁਰਮਤਿ ਸਮਾਗਮ, ਕੋਈ ਗੱਤਕਾ ਸਿਖਾਉਣਾ, ਕਿਸੇ ਗੁਰਦੁਆਰੇ ਦੇ ਵਿੱਚ ਕੋਈ ਕਾਰਜ ਕਰਨੇ ਆ, ਕਿਸੇ ਤਰ੍ਹਾਂ ਦੀ ਵੀ ਯਾਨੀ ਕਿ ਗੁਰਮਤਿ ਸਮਾਗਮ ਦੇ ਨਾਲ ਸੇਵਾ ਲੈ ਲਓ, ਉਹ ਵੀ ਕਰਦੇ ਨੇ, ਸੇਵਾ ਕਰੀਦੀ ਆ ਜੀ ਵੀ। ਸੋ ਇਹ ਸਨ ਸਾਡੇ ਨਾਲ ਗੁਰਸਿੱਖ ਪੇਂਟਰ ਜਿਨ੍ਹਾਂ ਨੇ ਤੁਹਾਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਆ, ਔਰ ਇਹ ਸਿੱਖਿਆ ਵੀ ਦਿੰਦੇ ਪਏ ਨੇ ਕਿ ਜੋ ਵੀ ਲੋਕ ਅੱਜ ਕੱਲ੍ਹ ਵੈਸੇ ਹੀ ਇੱਕ ਗਲਤ ਪਾਸੇ ਮੋਟੀਵੇਟ ਹੋ ਜਾਂਦੇ ਨੇ, ਉਹਨਾਂ ਨੂੰ ਗੁਰਸਿੱਖੀ ਨਾਲ ਜੁੜ ਕੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਹੈ, ਔਰ ਲੋਕਾਂ ਨੂੰ ਗੁਰਸਿੱਖ ਹੋਣ ਦਾ ਸੱਦਾ ਵੀ ਦੇਣਾ ਚਾਹੀਦਾ ਹੈ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।